पर 2 ਮਹੀਨੇ ਦੀ ਕਿਸ਼ਤਾਂ ਦਾ ਭਾਜੀ 29,000 ਰੁਪਇਆ ਵਿਆਜ ਕਿੱਦਾਂ ਆ ਜਾਏਗਾ। ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਹੈ। ਜਦ ਮੈਂ ਉਹਨਾਂ ਨੂੰ ਪੁੱਛਿਆ ਭਾਜੀ ਇਹ ਕਿਸ ਹਿਸਾਬ ਨਾਲ ਲੱਗਿਆ ਹੋਇਆ, ਪਰ ਉਹ ਤਾਂ ਪੂਰੀ 10 ਮਹੀਨੇ ਦੀ ਕਿਸ਼ਤਾਂ ਤੇ ਹੀ ਭਾਜੀ ਪੂਰਾ ਵਿਆਜ ਲਗਾ ਕੇ ਦੇ ਰਹੇ ਆ ਸਾਨੂੰ। ਹੁਣ ਅਸੀਂ ਉਹ ਕਿੱਦਾਂ ਪੇ ਕਰ ਦੂੰਗੇ। ਇਹ 3 ਮਹੀਨੇ ਤੋਂ ਬਾਅਦ ਵੀ ਗਰੰਟੀ ਨਹੀਂ ਹੈ ਕਿ ਚੌਥੇ ਮਹੀਨੇ ਜਾਂਦੇ ਹੀ ਗੱਡੀਆਂ ਔਨ ਰੋਡ ਹੋ ਜੂਗੀਆਂ। ਹੁਣ ਉਹ ਗੱਡੀਆਂ ਨੂੰ ਲੈਣ ਤੇ ਆਣੇ ਨੂੰ ਭਾਜੀ ਘੱਟੋ ਘੱਟ 7 ਤੋਂ 8 ਮਹੀਨੇ ਲੱਗ ਜਾਣੇ, ਯਾਨੀ ਕਿ 2021 'ਚ ਜਾ ਕੇ ਗੱਡੀਆਂ ਲੈਣ ਤੇ ਆਉਂਗੀਆਂ। 3 ਮਹੀਨੇ ਦੀ ਤਾਂ ਚਲੋ ਠੀਕ ਹੈ, RBI ਨੇ ਲਗਾਤੀਆਂ, 3 ਮਹੀਨੇ ਐਕਸਟੈਂਡ ਕਰਤੀਆਂ। ਜਿਹੜਾ ਚੌਥੇ ਮਹੀਨੇ ਓਪਨ ਹੁੰਦੇ ਹੀ ਭਾਜੀ ਅਸੀਂ ਕਿਸ਼ਤਾਂ ਕਿੱਥੋਂ ਦਊਂਗੇ, ਕਿਉਂਕਿ ਅਸੀਂ 3 ਮਹੀਨੇ ਪੂਰੇ ਪ੍ਰੋਪਰ ਵਿਹਲੇ ਬੈਠੇ। ਹੁਣ ਚੌਥੇ ਮਹੀਨੇ ਸਾਡੇ ਅੱਗੇ ਸ਼ਡਿਊਲ ਆ ਜਾਏਗਾ ਭਾਜੀ ਕਿ ਅਸੀਂ ਡਰਾਈਵਰਾਂ ਨੂੰ ਸੈਲਰੀ ਦਈਏ, ਗੱਡੀ ਦੀ ਕਿਸ਼ਤ ਦਈਏ, ਜਾਂ ਸਟੈਂਡ ਦਾ ਰੈਂਟ ਭਰੀਏ, ਜਾਂ ਬਿਜਲੀ ਦਾ ਭਰੀਏ, ਜਾਂ ਕਿਆ ਕਰੀਏ। ਆ ਬੰਦੇ ਚੱਕੋ, ਆ ਦਿੱਲੀ ਛੱਡ ਦਿਓ, ਆ ਮਨਾਲੀ ਛੱਡ ਦਿਓ, ਕਿਹਨੇ ਜਾਣਾ ਭਾਜੀ। ਜੇ 4 ਮਹੀਨੇ ਕਿਸ਼ਤ ਨਾ ਗਈ ਤਾਂ ਗੱਡੀ ਦਾ ਤਾਂ ਵਿਆਜ ਲੱਖ ਰੁਪਇਆ ਤਾਂ ਊਂ ਖੜਾ ਹੋ ਗਿਆ। ਅਸੀਂ ਕਮਾਇਆ 1 ਰੁਪਇਆ ਨਹੀਂ ਹੈਗਾ। ਡਰਾਈਵਰਾਂ ਨੂੰ ਸੈਲਰੀ ਦਈਏ ਜਾਂ ਗੱਡੀ ਦੀ ਕਿਸ਼ਤ ਦਈਏ, ਕਿੱਥੋਂ ਕਰੀਏ। ਅਸੀਂ ਰੈਂਟ ਸਮਝ ਲਓ 3 ਮਹੀਨੇ ਦਾ ਨਹੀਂ ਦਿੱਤਾ ਤਾਂ MC ਨੇ ਪਰ ਡੇ ਦੇ ਅਕੋਰਡਿੰਗਲੀ ਸਾਡੇ ਤੇ ਰੇਟ ਆਫ ਇੰਟਰਸਟ ਲਗਾਉਣਾ। ਜੇ ਹੁਣ ਅਸੀਂ ਡਰਾਈਵਰ ਨੂੰ ਸਮਝ ਲਓ ਕਿ ਪੈਸੇ ਨਹੀਂ ਪਾਉਂਦੇ ਨਾ ਖਰਚੇ ਪਾਣੀ ਲਈ, ਅਗਲਾ ਸਿੱਧਾ ਕਹਿੰਦਾ ਭਾਜੀ ਫਿਰ ਆਸ ਨਾ ਕਰਿਓ ਮੇਰੇ ਆਣੇ ਦੀ। ਮੈਂ ਪਲਾਨ ਕਰੂੰਗਾ ਉੱਥੇ ਘੁੰਮਣ ਜਾਣ ਦਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਦੇਖਾਂਗਾ। ਮੈਂ ਤਾਂ ਪਹਿਲਾਂ ਜ਼ਿੰਦਗੀ ਨੂੰ ਦੇਖਾਂਗਾ ਨਾ ਭਾਜੀ। ਹੁਣ ਗੱਡੀਆਂ ਦੇ ਵਿੱਚ ਕੌਣ ਟਰੈਵਲ ਕਰੇਗਾ ਭਾਜੀ। ਇਹ ਤਾਂ 2020 ਭਾਜੀ ਸਾਰੇ ਗੱਡੀਆਂ ਟਰਾਂਸਪੋਰਟਰਾਂ ਲਈ ਖਤਮ ਹੈ। ਮੇਰੀਆਂ 7 ਕਿਸ਼ਤਾਂ ਦੇ ਉੱਤੇ ਵੀ ਵਿਆਜ ਲੱਗ ਰਿਹਾ, ਜਿਹਨੂੰ ਕੋਈ ਆਲਰੇਡੀ ਵਿਆਜ ਲੱਗਿਆ ਹੋਇਆ, ਪਲੱਸ 3 ਤੇ ਵੀ ਲੱਗ ਰਿਹਾ, ਮੈਨੂੰ ਡਬਲ ਤੋਂ ਟ੍ਰਿਪਲ ਵਿਆਜ ਲੱਗ ਰਿਹਾ। ਫਿਰ ਤਾਂ ਭਾਜੀ ਇੱਕੇ ਗੱਲ ਹੈਗੀ ਆ, ਜਾਂ ਤਾਂ ਗੱਡੀਆਂ ਚੱਕ ਲਓ, ਜਾਂ ਅੱਗ ਲਗਾ ਦਿਓ ਗੱਡੀਆਂ ਨੂੰ, ਜਾਂ ਸੂਲੀ ਤੇ ਟੰਗ ਦਿਓ, ਜਾਂ ਜ਼ਹਿਰ ਦੇ ਟੀਕੇ ਲਾ ਦਿਓ। ਜਿਸ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਫੈਲਿਆ ਹੋਇਆ ਤੇ ਉਸ ਤੋਂ ਬਾਅਦ ਕਈ ਸਰਕਾਰਾਂ ਨੇ ਆਪਣੀ ਜਨਤਾ ਨੂੰ ਉੱਥੇ ਰਾਹਤ ਦੇਣ ਬਾਰੇ ਕਿਹਾ ਹੈ। ਭਾਰਤ ਵਿੱਚ ਨਰਿੰਦਰ ਮੋਦੀ ਨੇ ਵੀ ਗੱਲ ਕਹੀ ਸੀ ਕਿ ਕਿਸੇ ਦੀ ਤਨਖਾਹ ਨਾ ਕੱਟੀ ਜਾਵੇ ਤਾਂ ਹਰ ਇੱਕ ਨੂੰ ਰਾਹਤ ਦਿੱਤੀ ਜਾਵੇ। ਕੇਜਰੀਵਾਲ ਦੀ ਗੱਲ ਕਰ ਲਈਏ, ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਕੁਛ ਨਾ ਕੁਛ ਤੁਸੀਂ ਪੈਸੇ ਵੀ ਦੇ ਦਿਓ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਨੇ, ਜਿਹੜੇ ਤੁਹਾਡੇ ਉੱਥੇ ਮਜ਼ਦੂਰ ਨੇ, ਜਾਂ ਜਿਹੜੇ ਤੁਹਾਡੇ ਕੋਲ ਵਰਕਰ ਲੱਗੇ ਹੋਏ ਨੇ। ਪਰ ਹੁਣ ਇੱਕ ਸਭ ਤੋਂ ਇੱਕ ਹੋਰ ਦੁੱਖੜਾ ਆ ਰਿਹਾ ਸਾਹਮਣੇ ਟੈਕਸੀ ਸਟੈਂਡ ਵਾਲਿਆਂ ਦਾ, ਕਿ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਉਹ ਆਪਣੀ ਗੱਡੀਆਂ ਦੀ ਕਿਸ਼ਤਾਂ ਜਿਹੜੀਆਂ ਨੇ ਉਹ ਦੇ ਕੇ ਜਾਵਣ ਜਾਂ ਉਹ ਵਿਆਜ ਦਾ ਸਾਹਮਣਾ ਕਰਨ, ਨਹੀਂ ਤਾਂ ਉਹਨਾਂ ਨੂੰ ਦੁੱਗਣੀ ਵਿਆਜ ਦੇਣੀ ਪੈਣੀ ਹੈ। ਸਾਡੇ ਨਾਲ ਗਿੱਲ ਟੈਕਸੀ ਸਟੈਂਡ ਸੈਕਟਰ 56 ਵਿੱਚ ਅਸੀਂ ਮੌਜੂਦ ਹੈਗੇ ਹਾਂ। ਆਪਾਂ ਇਹਨਾਂ ਕੋਲ ਜਾਣਾਂਗੇ। ਜਦੋਂ ਇਹਨਾਂ ਨੂੰ ਫੋਨ ਆਇਆ, ਇੱਕ ਉੱਥੇ ਕਹਿ ਰਹੇ ਨੇ ਕਿ ਤੁਹਾਡੀ ਅਸੀਂ ਵਿਆਜ ਜਿਹੜੀ ਹੈਗੀ ਹੈ ਉਹ ਵਧਾ ਕੇ ਲਵਾਂਗੇ। ਇਹਨਾਂ ਕੋਲ ਜਾਣਾਂਗੇ ਸਾਰੀ ਕਿ ਵਿਆਜ ਦੀ ਕੀ ਗੱਲ ਹੋਈ ਇਹਨਾਂ ਦੀ। 3 ਮਈ ਤੋਂ ਬਾਅਦ ਐਗਜ਼ਾਮਪਲ ਹੈ ਕਿ ਲੋਕਡਾਊਨ ਖੋਲ੍ਹ ਜਾਣਗੇ ਤਾਂ ਕੀ ਉਸ ਤੋਂ ਬਾਅਦ ਇਹਨਾਂ ਦਾ ਕੰਮ ਚੱਲ ਜੂਗਾ ਕਿ ਲੋਕੀ ਟੈਕਸੀ ਬੁੱਕ ਕਰਨੇ ਸ਼ੁਰੂ ਕਰ ਦੇਣਗੇ। ਕਿਉਂਕਿ ਇਹ ਕਹਿ ਰਹੇ ਨੇ ਕਿ ਕਮ ਸੇ ਕਮ 6 ਮਹੀਨੇ ਜਿਹੜਾ ਹੈ ਸਾਡੇ ਕੋਲ ਕੰਮ ਨਹੀਂ ਹੈਗਾ। ਲੋਕੀ ਹੁਣ ਬਾਹਰ ਜਾਣ ਲੱਗਿਆਂ ਵੀ ਸੋਚਣਗੇ, ਕਿਉਂਕਿ ਲੋਕਾਂ ਕੋਲ ਪੈਸੇ ਨਹੀਂ ਜੇਬ ਵਿੱਚ ਹੈਗੇ, ਤੇ ਇੱਕ ਬਿਮਾਰੀ ਦਾ ਜਿਹੜਾ ਹੈਗਾ ਉਹ ਕਰੋਪ ਚੱਲਿਆ ਹੋਇਆ। ਜਿਸ ਨਾਲ ਪਹਿਲਾਂ ਵੀ ਤੁਸੀਂ ਕਿਹਾ ਕਿ ਕਾਲਸ ਵਗੈਰਾ ਤੁਹਾਨੂੰ ਆਉਣੀ ਸ਼ੁਰੂ ਹੋਈਆਂ ਨੇ, ਤੁਹਾਨੂੰ ਮੈਸੇਜ ਆ ਰਹੇ ਨੇ ਕਿ ਤੁਸੀਂ ਆਪਣੀ ਪੇਮੈਂਟ ਦੇ ਕੇ ਜਾਓ ਜੋ ਤੁਹਾਡੀ ਟੈਕਸੀ ਦੀਆਂ ਕਿਸ਼ਤਾਂ ਪਈਆਂ ਨੇ। ਸਵਾਲ ਇਹ ਕਿ ਤੁਹਾਡੇ ਕਿੰਨੀਆਂ ਗੱਡੀਆਂ ਨੇ, ਕਿੰਨੀਆਂ ਤੁਹਾਡੀ ਕਿਸ਼ਤਾਂ ਜਾਣੀਆਂ ਨੇ ਜਾਂ ਜਿੰਨੀਆਂ ਤੁਸੀਂ ਦੇ ਚੁੱਕੇ ਹੋ? ਭਾਜੀ ਮੇਰੇ ਕੋਲ 19 ਗੱਡੀਆਂ ਹੈਗੀਆਂ, ਜਿਹਦੇ ਵਿੱਚੋਂ ਮੇਰੀਆਂ 6-7 ਗੱਡੀਆਂ ਦੇ ਕੇਸ ਚੱਲਦੇ ਪਏ ਆ, ਤੇ ਮੇਰੀਆਂ ਸਾਰੀਆਂ ਕਿਸ਼ਤਾਂ ਅੱਜ ਤੱਕ ਮੈਂ ਪ੍ਰੋਪਰ ਰੈਗੂਲਰ ਦਿੰਦਾ ਆ। ਕੋਈ ਕਿਸ਼ਤ ਮੇਰੀ ਅੱਜ ਤੱਕ ਕਿਸੇ ਬੈਂਕ ਤੋਂ ਬਾਉਂਸ ਨਹੀਂ ਆ, ਕੋਈ ਟਰੈਕ ਨਹੀਂ ਮਾੜਾ ਹੈਗਾ। ਹੁਣ ਜਦ ਦਾ ਕਰੋਨਾ ਵਾਇਰਸ ਚੱਲਿਆ ਤਾਂ ਠੀਕ ਆ, ਕਰੋਨਾ ਵਾਇਰਸ ਸਾਰਿਆਂ 'ਤੇ ਆਇਆ, ਸਾਡੇ 'ਤੇ ਵੀ ਆਇਆ। ਬੈਂਕ ਵਾਲੇ ਸਾਨੂੰ ਫੋਨ ਕਰਕੇ ਕਹਿ ਰਹੇ ਕਿ ਤੁਸੀਂ ਭਾਜੀ ਜੇ ਮਾਰਚ ਅਪ੍ਰੈਲ ਦੀ 2 ਮਹੀਨੇ ਦੀ ਕਿਸ਼ਤ ਨਹੀਂ ਦਿੰਦੇ ਤਾਂ ਤੁਹਾਡੇ 'ਤੇ 29,000 ਰੁਪਇਆ ਵਿਆਜ ਲੱਗੇਗਾ। ਭਾਜੀ ਵਿਆਜ ਤਾਂ ਸਾਡੇ 'ਤੇ ਆਲਰੇਡੀ ਲੱਗ ਕੇ ਲੱਗਿਆ ਹੀ ਹੋਇਆ ਹੈਗਾ, ਠੀਕ ਹੈ। ਤਾਂ 2 ਮਹੀਨੇ ਦਾ ਜੇ 13% ਦੇ ਹਿਸਾਬ ਨਾਲ ਵੀ ਰੇਟ ਆਫ ਇੰਟਰਸਟ ਲੱਗਿਆ ਹੋਇਆ ਤਾਂ 13% ਦਾ ਇੰਟਰਸਟ ਲੈ ਲੈਣ ਸਾਡੇ ਤੋਂ। 13% ਦੇ ਹਿਸਾਬ ਨਾਲ ਵੀ ਸਾਰਾ 6-7 ਹਜ਼ਾਰ ਰੁਪਇਆ ਵਿਆਜ ਬਣਦਾ, ਉਹ ਵੀ ਲੈ ਲਓ ਤੁਸੀਂ ਐਕਸਟਰਾ, ਅਸੀਂ ਦੇਣੇ ਨੂੰ ਤਿਆਰ ਹੈਗੇ ਹਾਂ। ਪਰ 2 ਮਹੀਨੇ ਦੀ ਕਿਸ਼ਤਾਂ 'ਤੇ ਭਾਜੀ 29,000 ਰੁਪਇਆ ਵਿਆਜ ਲਗਾ ਕੇ ਦੇ ਰਹੇ ਨੇ ਸਾਨੂੰ, ਤੇ ਅਸੀਂ ਵਿਆਜ ਦਊਂਗੇ, ਗੱਡੀ ਦੀ ਕਿਸ਼ਤ ਦਊਂਗੇ, ਜਾਂ ਡਰਾਈਵਰ ਦੀ ਸੈਲਰੀ ਦਊਂਗੇ, ਜਾਂ ਇੰਸ਼ੋਰੈਂਸ ਕਰਾਉਂਗੇ, ਜਾਂ ਟੈਕਸੀ ਸਟੈਂਡ ਦਾ ਰੈਂਟ ਦਊਂਗੇ, ਕੀ ਕਰੂੰਗੇ? ਅਸੀਂ ਕੁਝ ਨਹੀਂ ਕਰ ਸਕਦੇ। ਪਰ ਇਹ ਜਿਹੜੇ ਡਰਾਈਵਰ ਹੈਗੇ ਨੇ, ਜਿਵੇਂ ਹੁਣ PM ਨੇ ਵੀ ਕਿਹਾ ਸੀ ਕਿ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਰੈਗੂਲਰ, ਉਹਨਾਂ ਨੂੰ ਬਾਹਰ ਨਾ ਕੱਢਿਆ ਜਾਵੇ। ਤੁਸੀਂ ਡਰਾਈਵਰ ਦੀ ਕਿੰਨੀਆਂ ਤਨਖਾਹਾਂ ਦੇ ਦਿੱਤੀਆਂ? ਕਿਉਂਕਿ ਤੁਹਾਡਾ ਹੁਣ ਕੰਮ ਤਾਂ ਚੱਲ ਨਹੀਂ ਰਿਹਾ, ਤੇ ਕਿੰਨੀਆਂ ਹੁਣ ਤਨਖਾਹਾਂ ਦੇ ਦਿੱਤੀਆਂ ਨੇ? ਹੁਣ 3 ਮਈ ਤੱਕ ਵੀ ਲੋਕਡਾਊਨ ਰਹਿਣਾ ਅੱਗੇ। ਭਾਜੀ ਮਾਰਚ ਮਹੀਨੇ ਦੀ ਤਾਂ ਸਾਰੀ ਸੈਲਰੀ ਡਰਾਈਵਰਾਂ ਕੋਲ ਗਈ ਹੋਈ ਹੈ। ਤਾਂ ਅਪ੍ਰੈਲ ਮਹੀਨੇ 'ਚ ਹੁਣ ਜਿੱਦਾਂ ਅਸੀਂ ਆ ਜਾ ਨਹੀਂ ਸਕਦੇ, ਕਿਤੇ ਸਟੈਂਡ ਤੱਕ ਜਾ ਵੀ ਨਹੀਂ ਸਕਦੇ ਹੈਗੇ, ਤਾਂ ਉਹਨਾਂ ਨੂੰ ਜੋ ਵੀ ਹੈਗਾ ਰਾਸ਼ਨ ਪਾਣੀ ਔਨਲਾਈਨ ਪੇਮੈਂਟ ਕਰਕੇ ਅਸੀਂ ਉਹਨਾਂ ਨੂੰ ਦੇ ਰਹੇ ਹੈਗੇ ਆ ਕਿ ਚੱਲ ਬਈ ਠੀਕ ਹੈ, ਤੈਨੂੰ 4 ਚਾਹੀਦਾ 3 ਲੈ ਲੈ ਯਾਰ, 2 ਚਾਹੀਦਾ 1500 ਲੈ ਲੈ, ਇੱਦਾਂ ਕਰਕੇ ਉਹਨਾਂ ਨੂੰ ਮੈਨੇਜ ਕਰ ਰਹੇ ਹਾਂ ਅਸੀਂ। ਤਾਂ ਉਹ ਵੀ ਦੇ ਰਹੀ ਹੈਗੇ ਹੁਣ, ਇੱਕ ਕਿਸਮ ਦੀ ਉਹ ਵੀ ਸੈਲਰੀ ਉਹ ਚੱਲ ਰਹੀ ਆ। ਅਸੀਂ ਇਹ ਦੇ ਸਕਦੇ ਹਾਂ ਭਾਜੀ ਹੁਣ, ਕਿਉਂਕਿ ਸਾਡੇ ਕੋਲ ਹਾਲੇ ਤੱਕ ਸਾਡੀਆਂ ਜਿਹੜੇ ਮਾਰਚ ਤੋਂ ਪਹਿਲੇ ਦਾ ਅਸੀਂ ਕੰਮ ਕੀਤਾ ਹੋਇਆ,
ਅੱਧੇ ਨਾਲੋਂ ਜ਼ਿਆਦਾ ਪੇਮੈਂਟਾਂ ਹਾਲੇ ਤੱਕ ਸਾਡੇ ਅਕਾਊਂਟਾਂ 'ਚ ਨਹੀਂ ਆਈਆਂ। ਆਫਿਸ ਬੰਦ ਹੈ, ਕੰਪਨੀਆਂ ਬੰਦ ਹੈ, ਕੰਪਨੀਆਂ ਦੇ ਅਕਾਊਂਟਸ ਵਾਲਿਆਂ ਨਹੀਂ ਆਏ ਤਾਂ ਉਹਨਾਂ ਨੇ ਪੇਮੈਂਟਾਂ ਨਹੀਂ ਕੀਤੀਆਂ। 31 ਮਾਰਚ ਦੀ ਕਲੋਜ਼ਿੰਗ ਕਰਕੇ ਕੋਈ ਪੇਮੈਂਟ ਸਾਡੇ ਅਕਾਊਂਟ 'ਚ ਨਹੀਂ ਹੈਗੀ। ਤਾਂ ਹੁਣ ਅਸੀਂ ਉਹਨਾਂ ਨੂੰ ਸੈਲਰੀ ਦੇਣੇ ਦਾ ਸਾਡੇ ਅੱਗੇ ਪ੍ਰੋਬਲਮ ਖੜੀ ਹੋ ਗਈ, ਅਸੀਂ ਕਿੱਦਾਂ ਦਈਏ ਉਹਨਾਂ ਨੂੰ। ਫਿਰ ਵੀ ਅਸੀਂ ਉਹਨਾਂ ਨੂੰ ਆਪਣੇ ਹਿਸਾਬ ਨਾਲ, ਚਲੋ ਜ਼ਿਆਦਾ ਨਹੀਂ ਤਾਂ ਕੁਛ ਤਾਂ ਅਸੀਂ ਦੇ ਹੀ ਰਹੇ ਹਾਂ, ਮੈਨੇਜ ਤਾਂ ਕਰੇ ਰਹੇ ਹਾਂ। ਅਗਲੇ ਦੇ ਘਰ ਚੁੱਲ੍ਹਾ ਤਾਂ ਬਲਣੇ ਜੋਗਾ ਕਰੇ ਰਹੇ ਹਾਂ ਭਾਜੀ। ਹੁਣ ਕਿਸ ਤਰੀਕੇ ਨਾਲ ਤੁਹਾਨੂੰ ਬੈਂਕ ਵਿੱਚੋਂ ਫੋਨ ਜਾਂ ਮੈਸੇਜ ਆ ਰਹੇ ਨੇ, ਔਰ ਕੀ ਕਹਿੰਦੇ ਨੇ ਬੈਂਕ ਵਾਲੇ ਤੁਹਾਨੂੰ ਵੀ ਕਿਸ ਤਰੀਕੇ ਨਾਲ ਕਿਸ਼ਤਾਂ ਦੇ ਕੇ ਜਾਓ ਜਾਂ ਕਿੰਨੀ ਵਿਆਜ ਪਏਗੀ? ਭਾਜੀ ਬੈਂਕ ਤੋਂ ਮੈਨੂੰ ਹੁਣੇ 2-3 ਦਿਨ ਪਹਿਲਾਂ ਫੋਨ ਆਇਆ ਤੇ ਉਹ ਕਹਿੰਦੇ ਜੀ ਤੁਸੀਂ ਮਾਰਚ ਅਪ੍ਰੈਲ ਦੀ ਜੇ ਕਿਸ਼ਤ ਨਹੀਂ ਦਿੱਤੀ ਤਾਂ ਤੁਹਾਨੂੰ 29,000 ਰੁਪਇਆ ਵਿਆਜ ਲੱਗੇਗਾ। ਮੈਂ ਕਿਹਾ ਭਾਜੀ ਕਿਸ ਹਿਸਾਬ ਨਾਲ ਲੱਗੇਗਾ, ਮੈਨੂੰ ਮਾੜਾ ਜਿਹਾ ਉਹਦਾ ਕੁਛ ਦੱਸ ਦਿਓ ਗਾਈਡਲਾਈਨ ਦੇ ਅਕੋਰਡਿੰਗਲੀ। ਆਲਰੇਡੀ ਮੇਰੀ ਇੰਸਟਾਲਮੈਂਟ ਤੇ ਵਿਆਜ ਲੱਗਿਆ ਹੋਇਆ, ਠੀਕ ਹੈ। ਮੈਂ 3 ਮਹੀਨੇ ਨਹੀਂ ਦਿੰਦਾ ਕਿਸ਼ਤਾਂ, ਮੈਂ ਇਕੱਲਾ ਨਹੀਂ ਆ, ਸਾਰਾ ਵਰਲਡ ਹੈ ਇਸ ਟਾਈਮ, ਸਾਰੇ ਟਰਾਂਸਪੋਰਟਰ ਹੈਗੇ ਆ। ਤਾਂ ਉਹਦੇ ਵਿੱਚ 3 ਮਹੀਨੇ ਦੀ ਜਿਹੜਾ ਮੈਂ ਨਹੀਂ ਦੇ ਰਿਹਾ ਕਿਸ਼ਤ, ਉਹਦੇ ਤੇ 13% ਦੇ ਹਿਸਾਬ ਨਾਲ ਹੋਰ ਵਿਆਜ ਲਗਾ ਦਿਓ, ਆਪਾਂ ਉਸ 'ਤੇ ਵੀ ਐਗਰੀ ਆ। ਪਰ 2 ਮਹੀਨੇ ਦੀ ਕਿਸ਼ਤਾਂ ਦਾ ਭਾਜੀ 29,000 ਰੁਪਇਆ ਵਿਆਜ ਕਿੱਦਾਂ ਆ ਜਾਏਗਾ? ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਹੈ। ਜਦ ਮੈਂ ਉਹਨਾਂ ਨੂੰ ਪੁੱਛਿਆ ਭਾਜੀ ਇਹ ਕਿਸ ਹਿਸਾਬ ਨਾਲ ਲੱਗਿਆ ਹੋਇਆ, ਉਹ ਕਹਿੰਦੇ ਜੀ ਅਸੀਂ ਦੇਖ ਕੇ ਦੱਸਦੇ ਹਾਂ। ਉਹਨਾਂ ਦਾ ਹਾਲੇ ਤੱਕ ਮੈਨੂੰ ਕੋਈ ਰਿਪਲਾਈ ਨਹੀਂ ਆਇਆ। ਮੇਰੇ ਕੋਲ ਉਹਦੀ ਸਾਰੀ ਰਿਕਾਰਡਿੰਗ ਪਈ ਹੈਗੀ ਆ ਫੋਨ ਦੇ ਵਿੱਚ, ਤੁਹਾਨੂੰ ਮੈਂ ਸੁਣਾ ਦਿੰਦਾ। ਹੈਲੋ ਗੁਰਜਿੰਦਰ ਜੀ ਬੋਲ ਰਹੇ ਸਰ? ਹਾਂਜੀ ਸਰ ਜਿਹੜੀ ਇੰਸਟਾਲਮੈਂਟ ਹੈਗੀ ਆ ਹੋਲਡ ਕਰਾਉਣੀ ਹੈ ਹਲੇ? ਹਾਂ ਉਹ ਤਾਂ ਭਾਜੀ ਮੈਂ ਉਦਣ ਵੀ ਤੁਹਾਨੂੰ ਕਹਿ ਹੀ ਦਿੱਤਾ ਸੀਗਾ। ਅੱਛਾ ਸਰ, ਮੈਂ ਉਹ ਤਾਂ ਗੱਲ ਹੋ ਗਈ ਸੀ ਤੁਹਾਡੇ ਨਾਲ, ਤੁਸੀਂ ਕਿਹਾ ਸੀ ਹੋਲਡ ਕਰਾ ਦਿਓ। ਜੇ ਤੁਸੀਂ ਹੁਣ ਹੋਲਡ ਕਰਾਉਂਦੇ ਹੋ ਨਾ ਸਰ, ਉਹਦਾ ਵਿਆਜ ਕਾਫੀ ਜ਼ਿਆਦਾ ਪੈ ਰਿਹਾ, ਜਿਹੜਾ ਕਿ 29,000 ਦੇ ਕਰੀਬ ਪੈ ਰਿਹਾ ਜੀ। ਕਿਉਂ ਪੈ ਰਿਹਾ ਭਾਜੀ ਵਿਆਜ 29,000? ਸਰ ਮੈਂ ਤਾਂ ਸਿਸਟਮ ਦੇਖ ਕੇ ਚੈੱਕ ਕਰਕੇ ਦੱਸ ਰਿਹਾ ਤੁਹਾਨੂੰ ਕਿ ਜਿਹੜਾ ਮਤਲਬ ਹੁਣ ਤੁਸੀਂ ਹੋਲਡ ਕਰ ਦਿਓ ਕਿਸ਼ਤ, ਅਤੇ ਉਹ ਤੁਸੀਂ ਜਦ ਲਾਸਟ ਵਿੱਚ ਜਮ੍ਹਾਂ ਕਰਾਓਗੇ ਅਤੇ ਉਹਦਾ ਵਿਆਜ ਲਾ ਰਹੇ ਹੈਗੇ ਬੈਂਕ ਕੋਲ। ਉਸਤਾਦ ਜੀ ਮੇਰੀ ਗੱਲ ਸੁਣੋ, ਠੀਕ ਹੈ। ਜੋ ਉਸ ਕਿਸ਼ਤ ਦਾ ਵਿਆਜ ਹੈ ਨਾ ਉਹੀ ਪਾਊਂਗਾ। ਤੁਹਾਡਾ ਬੈਂਕ ਕੋਈ ਜੁਦਾ ਨਹੀਂ ਵਿਆਜ ਪਾ ਦੂੰਗਾ ਉਸ 'ਤੇ, ਕੀ ਅਲੱਗ ਵਿਆਜ ਪਾ ਦੂੰਗੇ 29,000 ਰੁਪਇਆ, ਠੀਕ ਹੈ ਨਾ। ਨਹੀਂ ਤਾਂ ਤੁਸੀਂ ਮੈਨੂੰ ਉਹਦੀ ਸਟੇਟਮੈਂਟ ਭੇਜੋ, ਕੋਈ ਚੱਕਰ ਨਹੀਂ। ਤੁਸੀਂ ਵਿਆਜ ਲਗਾਓ, ਮੈਂ ਦੇਣਾ ਨਾ, ਉਹ ਮੈਂ ਦੇਖ ਲੂੰਗਾ ਫਿਰ ਕੋਰਟ ਦੇ ਵਿੱਚ ਕਿੱਦਾਂ ਦੇਣਾ ਹੈਗਾ। ਤੁਸੀਂ 29,000 ਵਿਆਜ ਕਿੱਦਾਂ ਲਗਾ ਦੂੰਗੇ ਜਦ RBI ਦੀ ਰੂਲਿੰਗ ਹੈਗੀ ਹੈ? ਜੇ ਤੁਸੀਂ ਇਸ ਮਹੀਨੇ ਦੀ ਤੇ ਅਗਲੇ ਮਹੀਨੇ ਦੀ ਕਿਸ਼ਤ ਨਹੀਂ ਜਮ੍ਹਾਂ ਕਰਾਉਂਦੇ, ਤੁਸੀਂ ਇੱਕ ਜਿਹੜੀ ਮੇਰੀ ਗੱਲ ਸੁਣ, ਇੱਕ ਮਿੰਟ ਕੋਈ ਗੱਲ ਨਹੀਂ, ਓਕੇ ਠੀਕ ਹੈ। ਤੁਸੀਂ ਮੈਨੂੰ ਉਹਦੀ ਕਾਪੀ ਇੱਕ ਮੇਲ ਕਰ ਦੂੰਗਾ ਜਰਾ? ਠੀਕ ਹੈ ਸਰ, ਤੁਹਾਨੂੰ ਠੀਕ ਹੈ, ਤੁਸੀਂ ਮੇਲ ਕਰ ਦਿਓ ਕਾਪੀ ਦੀ ਕਿ ਅਸੀਂ ਇੱਕ ਵਿਆਜ ਲਗਾਉਂਗੇ ਜੇ 3 ਮਹੀਨੇ ਕਿਸ਼ਤ ਅੱਗੇ ਕਰਦੇ ਆ, ਠੀਕ ਹੈ। ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ, ਤੁਹਾਡਾ ਕੋਈ ਆਪਣਾ ਰਾਜ ਬੈਂਕ ਤਾਂ ਹੈ ਨਹੀਂ ਵੀਰੇ ਯਾਰ, ਕਿ ਤੁਸੀਂ ਐਵੇਂ ਧੱਕੇ ਨਾਲ ਬੰਦੇ ਦੀ ਖੱਲ ਤਾਰ ਦੂੰਗੇ। ਜੇ ਸਾਲੀ ਕਿਸ਼ਤ ਹੀ ਨਹੀਂ ਦਿੰਦੇ ਅਸੀਂ, ਤੁਸੀਂ ਫਿਰ ਕਿਆ ਗੱਡੀ ਚੱਕ ਲੂੰਗੇ? ਚੱਕ ਲਓ ਗੱਡੀ, ਫਿਰ ਲੱਭ ਲਓ ਗੱਡੀ। ਤੁਸੀਂ ਬੰਦੇ ਵਾਲੀ ਗੱਲ ਕਰੋ ਯਾਰ। ਸਾਰੇ ਬੈਂਕਾਂ ਦਾ ਕੋਈ ਰੂਲ ਹੈਗਾ, ਤੁਹਾਡਾ ਸਾਲਾ ਲਹਿਦਾ ਬੈਂਕ ਹੈਗਾ ਜਿਹੜਾ 29,000 ਰੁਪਏ ਤੁਸੀਂ ਵਿਆਜ ਲਾ ਦੂੰਗੇ 2 ਕਿਸ਼ਤਾਂ ਤੇ? ਹੈਂ, ਲੁੱਟ ਪਾਈ ਆ ਤੁਸੀਂ। ਕਿਸ ਹਿਸਾਬ ਨਾਲ ਲਾ ਰਹੇ 29,000 ਰੁਪਏ ਬਾਈ ਦੱਸ? ਤੁਹਾਡਾ ਜਿਹੜਾ ਲੋਨ ਖੜਿਆ ਹੈਗਾ 2 ਲੱਖ। ਉਹ ਯਾਰ ਲੋਨ ਖੜੇ ਦੀ ਛੱਡ, ਤੂੰ 2 ਕਿਸ਼ਤਾਂ ਦਾ ਦੱਸ, ਤੂੰ ਕਿੰਨਾ ਵਿਆਜ ਲਗਾਏਂਗਾ ਦੱਸ, ਇਹ ਦੱਸ। ਸਰ ਰੇਟ ਆਫ ਇੰਟਰਸਟ ਤਾਂ ਪਤਾ ਨਹੀਂ ਕਿੰਨਾ, ਲੇਕਿਨ ਉਹਨਾਂ ਨੇ ਲਾਇਆ ਹੈਗਾ ਪੂਰਾ 10 ਈਅਰ ਪਰ ਲਾਇਆ ਹੈਗਾ, ਜਿੰਨਾ ਵੀ 10 ਈਅਰ ਹੈ ਨਾ ਉਸ ਪਰ ਲਾਇਆ ਪੂਰਾ। ਜੋ ਤੁਸੀਂ ਵਿਆਜ ਲਗਾ ਰਹੇ ਹੋ ਮੈਨੂੰ ਉਹਦੀ ਕਾਪੀ ਇੱਕ ਮੇਲ ਕਰ ਦੂੰਗੇ ਜਰਾ? ਜੀ ਤੁਸੀਂ ਸੁਣਿਆ ਹੀ ਹੈ ਦਰਸ਼ਕਾਂ ਨੇ ਕਿ ਕਿਸ ਤਰੀਕੇ ਨਾਲ ਬੈਂਕ 'ਚੋਂ ਫੋਨ ਆ ਰਹੇ ਨੇ, ਤੇ ਬੈਂਕ ਉਸ ਤੋਂ ਬਾਅਦ ਵਿਆਜ ਮੰਗ ਰਿਹਾ ਹੈ ਕਿ ਇੰਨੀ ਵਿਆਜ ਲੱਗੇਗੀ ਜਾਂ ਇੰਨੀ ਜਿਹੜੀ ਤੁਹਾਨੂੰ ਉਹ ਪੇਮੈਂਟ ਜਮ੍ਹਾਂ ਕਰਨੀ ਪਵੇਗੀ। ਹੁਣ ਸਵਾਲ ਇੱਥੇ ਹੁੰਦਾ ਕਿ ਜਿਸ ਤਰੀਕੇ ਨਾਲ ਇਹ ਪੇਮੈਂਟ ਮੰਗ ਰਹੇ ਨੇ, ਫਿਰ ਤੁਸੀਂ ਉਹਨੂੰ ਪੈਸੇ ਦਿਓਗੇ ਕਿ ਅੱਗੇ ਫਿਰ ਕੀ ਕਰੋਗੇ ਜਾ ਕੇ, ਜਾਂ ਕਿਹਨੂੰ ਗੁਹਾਰ ਲਗਾਓਗੇ? ਕਿਉਂਕਿ RBI ਨੇ ਤਾਂ ਕਹਿ ਦਿੱਤਾ ਕਿ ਅਸੀਂ 3 ਮਹੀਨੇ ਦੇ ਪੈਸੇ ਨਹੀਂ ਲਾਂਗੇ। ਭਾਜੀ ਗੁਹਾਰ ਲਗਾਉਣੇ ਨੂੰ ਅਸੀਂ ਕਿਹਦੇ ਕੋਲ ਜਾਈਏ? ਸਾਡੇ ਜਿਹੜੇ ਉਰੇ ਸੰਸਦ ਕਿਰਨ ਖੇਰ ਜੀ ਹੈਗੇ ਆ, ਅਸੀਂ ਉਹਨਾਂ ਕੋਲ ਵੀ ਨਹੀਂ ਜਾ ਸਕਦੇ ਕਿਉਂਕਿ ਆਲਰੇਡੀ ਉਰੇ ਹੈ ਨਹੀਂ ਚੰਡੀਗੜ੍ਹ ਦੇ ਵਿੱਚ। ਅਸੀਂ ਗੁਹਾਰ ਕਿਹਦੇ ਕੋਲ ਲਗਾ ਸਕਦੇ ਹਾਂ? ਕਿਸੇ ਕੋਲ ਵੀ ਨਹੀਂ ਲਗਾ ਸਕਦੇ। ਅਸੀਂ ਮੱਧਮ ਵਰਗ ਪਰਿਵਾਰਾਂ 'ਚੋਂ ਹੈਗੇ ਆ, ਗੱਡੀਆਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦੇ ਹਾਂ, ਠੀਕ ਹੈ ਭਾਜੀ। ਅਸੀਂ ਸਾਡੇ 'ਤੇ ਇੰਟਰਸਟ ਲਗਾਇਆ ਹੈਗਾ 3 ਮਹੀਨੇ, ਜਿੱਦਾਂ ਸਾਡਾ ਕੇਸ 10 ਮਹੀਨੇ ਦਾ ਸੀਗਾ, ਉਹ 10 ਦੀ ਜਗ੍ਹਾ 13 ਮਹੀਨੇ ਦਾ ਹੋ ਗਿਆ, 3 ਮਹੀਨੇ ਐਕਸਟੈਂਡ ਹੋ ਗਏ। ਉਹ 3 ਕਿਸ਼ਤਾਂ 'ਤੇ ਤੁਸੀਂ ਇੰਟਰਸਟ ਲਗਾ ਲਓ, ਠੀਕ ਹੈ। ਆਲਰੇਡੀ ਸਾਡੀ ਕਿਸ਼ਤਾਂ 'ਤੇ 13% ਲੱਗਿਆ, 13% ਹੋਰ ਲਗਾ ਲਓ। ਉਹਦਾ ਵੀ ਕੋਈ ਜ਼ਿਆਦਾ ਨਹੀਂ ਬਣਦਾ, 2-4 6,000 7,000 ਬਣਦਾ। ਪਰ ਉਹ ਤਾਂ ਪੂਰੀ 10 ਮਹੀਨੇ ਦੀ ਕਿਸ਼ਤਾਂ 'ਤੇ ਹੀ ਭਾਜੀ ਪੂਰਾ ਵਿਆਜ ਲਗਾ ਕੇ ਦੇ ਰਹੇ ਆ ਸਾਨੂੰ। ਹੁਣ ਅਸੀਂ ਉਹ ਕਿੱਦਾਂ ਪੇ ਕਰ ਦੂੰਗੇ? ਇਹ 3 ਮਹੀਨੇ ਤੋਂ ਬਾਅਦ ਵੀ ਗਰੰਟੀ ਨਹੀਂ ਹੈ ਕਿ ਚੌਥੇ ਮਹੀਨੇ ਜਾਂਦੇ ਹੀ ਗੱਡੀਆਂ ਔਨ ਰੋਡ ਹੋ ਜੂਗੀਆਂ, ਕਿ ਕਸਟਮਰ ਕਿਹੜਾ ਇੱਕਦਮ ਆ ਕੇ ਟਰੈਵਲਿੰਗ ਕਰਨ ਲੱਗ ਜਾਏਗਾ, ਕਿਉਂਕਿ ਹਰੇਕ ਬੰਦੇ ਕੋਲ ਕੈਸ਼ ਨਹੀਂ ਆ। ਹੁਣ ਕਿਸੇ ਕੋਲ ਕਿਤੇ ਨੇ ਜਾਣਾ ਨਹੀਂ, ਡਰ ਇੱਕ ਬਹੁਤ ਬੜੀ ਚੀਜ਼ ਹੈ। ਹੁਣ ਉਹ ਗੱਡੀਆਂ ਨੂੰ ਲੈਣ 'ਤੇ ਆਣੇ ਨੂੰ ਭਾਜੀ ਘੱਟੋ ਘੱਟ 7 ਤੋਂ 8 ਮਹੀਨੇ ਲੱਗ ਜਾਣੇ, ਯਾਨੀ ਕਿ 2021 'ਚ ਜਾ ਕੇ ਗੱਡੀਆਂ ਲੈਣ 'ਤੇ ਆਉਂਗੀਆਂ। ਹੁਣ 3 ਮਹੀਨੇ ਖੁੱਲ੍ਹਦੇ ਸਾਰ ਇਹਨਾਂ ਨੇ, ਬੈਂਕ ਵਾਲਿਆਂ ਨੇ ਸਾਨੂੰ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦੇਣਾ, ਕਿਸ਼ਤਾਂ ਦਿਓ ਜੀ। 3 ਮਹੀਨੇ ਦੀ ਤਾਂ ਚਲੋ ਠੀਕ ਹੈ, RBI ਨੇ ਲਗਾਤੀਆਂ, 3 ਮਹੀਨੇ ਐਕਸਟੈਂਡ ਕਰਤੀਆਂ। ਜਿਹੜਾ ਚੌਥੇ ਮਹੀਨੇ ਓਪਨ ਹੁੰਦੇ ਹੀ ਭਾਜੀ ਅਸੀਂ ਕਿਸ਼ਤਾਂ ਕਿੱਥੋਂ ਦਊਂਗੇ?
ਕਿਉਂਕਿ ਅਸੀਂ 3 ਮਹੀਨੇ ਪੂਰੇ ਪ੍ਰੋਪਰ ਵਿਹਲੇ ਬੈਠੇ। ਡਰਾਈਵਰਾਂ ਨੂੰ ਵੀ ਅਸੀਂ ਸੈਲਰੀ ਖਰਚਾ ਪਾਣੀ ਕੁਛ ਨਾ ਕੁਛ ਦੇ ਰਹੇ ਹੈਗੇ ਆ, ਅਗਲੇ ਦਾ ਘਰ ਪਰਿਵਾਰ ਨਹੀਂ ਰੁਕਣ ਦੇ ਰਹੇ। ਹੁਣ ਚੌਥੇ ਮਹੀਨੇ ਸਾਡੇ ਅੱਗੇ ਸ਼ਡਿਊਲ ਆ ਜਾਏਗਾ ਭਾਜੀ ਕਿ ਅਸੀਂ ਡਰਾਈਵਰਾਂ ਨੂੰ ਸੈਲਰੀ ਦਈਏ, ਗੱਡੀ ਦੀ ਕਿਸ਼ਤ ਦਈਏ, ਜਾਂ ਸਟੈਂਡ ਦਾ ਰੈਂਟ ਭਰੀਏ, ਜਾਂ ਬਿਜਲੀ ਦਾ ਭਰੀਏ, ਜਾਂ ਕਿਆ ਕਰੀਏ। ਗੱਡੀ ਤਾਂ ਔਨ ਰੋਡ ਚੱਲੇਗੀ ਤਾਂ ਹੀ ਭਾਜੀ ਜੇ ਉਹਨੂੰ ਕਸਟਮਰ ਮਿਲੇਗਾ। ਕੋਈ ਵੀ ਕੰਮ ਹੈਗਾ ਜੇ ਕਸਟਮਰ ਨਹੀਂ ਆਏਗਾ ਕੋਈ ਵੀ ਕੰਮ ਨਹੀਂ ਚੱਲੇਗਾ। ਤਾਂ ਹੁਣ ਸਾਨੂੰ ਇਹ ਪ੍ਰੋਬਲਮ ਹੈ ਕਿ ਸਾਨੂੰ 3 ਮਹੀਨੇ ਬਾਅਦ ਦੀ ਪ੍ਰੋਬਲਮ ਸਤਾ ਰਹੀ ਆ ਕਿ 3 ਮਹੀਨੇ ਬਾਅਦ ਖੁੱਲਣ ਤੋਂ ਅਗਲੇ 3 ਮਹੀਨੇ ਅਸੀਂ ਕੀ ਕਰਾਂਗੇ। ਉਸ ਟਾਈਮ ਸਾਡੇ ਲਈ ਕਿਆ ਹਦਾਇਤ ਹੈਗੀ ਆ, ਸਾਨੂੰ ਕਿਆ ਉਸ ਟਾਈਮ ਰਿਆਇਤ ਦਿੱਤੀ ਜਾਂਦੀ ਆ, ਉਹ ਦੇਖਦੇ ਆ ਭਾਜੀ। ਜੇ ਰਿਆਇਤ ਨਹੀਂ ਦਿੰਦੇ 3 ਮਹੀਨੇ, ਸਾਡੀ ਅਗਲੇ 3 ਮਹੀਨੇ ਖੁੱਲਣ ਤੋਂ ਬਾਅਦ ਅਸੀਂ ਕਿਸ਼ਤਾਂ ਕਿੱਥੋਂ ਦੇ ਦਾਂਗੇ। ਫਿਰ ਤਾਂ ਭਾਜੀ ਇੱਕੇ ਗੱਲ ਹੈਗੀ ਆ, ਜਾਂ ਤਾਂ ਗੱਡੀਆਂ ਚੱਕ ਲਓ, ਜਾਂ ਅੱਗ ਲਗਾ ਦਿਓ ਗੱਡੀਆਂ ਨੂੰ, ਜਾਂ ਸੂਲੀ ਤੇ ਟੰਗ ਦਿਓ, ਜਾਂ ਜ਼ਹਿਰ ਦੇ ਟੀਕੇ ਲਾ ਦਿਓ। ਆਹੀ ਕਰ ਸਕਦੇ ਭਾਜੀ। 3 ਮਹੀਨੇ ਬਾਅਦ ਅਸੀਂ ਕਿੱਥੋਂ ਕਿਸ਼ਤਾਂ ਦੇ ਦਾਂਗੇ। ਓਪਨ ਹੁੰਦੇ ਸਾਰੇ ਕਿ ਕੰਮ ਸਾਡਾ ਖੜਿਆ ਜੀ, ਆ ਬੰਦੇ ਚੱਕੋ, ਆ ਦਿੱਲੀ ਛੱਡ ਦਿਓ, ਆ ਮਨਾਲੀ ਛੱਡ ਦਿਓ, ਕਿਹਨੇ ਜਾਣਾ ਭਾਜੀ। ਚੌਥੇ ਮਹੀਨੇ ਵੀ ਇੱਕਦਮ ਕੰਮ ਨਹੀਂ ਔਨ ਰੋਡ ਹੋਣਾ। ਇਸ ਕੰਮ ਨੂੰ ਹੁੰਦੇ ਭਾਜੀ ਘੱਟੋ ਘੱਟ 4 5 6 ਮਹੀਨੇ ਲੱਗ ਜਾਣੇ। ਤਾਂ ਉਹ ਚੀਜ਼ ਦੀ ਸਾਡੀ ਗੁਜ਼ਾਰਿਸ਼ ਹੈ ਕਿ ਭਾਜੀ 6 ਮਹੀਨੇ ਸਾਨੂੰ ਐਕਸਟੈਂਡ ਕੀਤਾ ਜਾਵੇ, ਕਿ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਵੇ। ਅਸੀਂ ਬੈਂਕ ਨੂੰ ਕਿਸ਼ਤ ਦੇਣੇ ਤੋਂ ਨਹੀਂ ਮੁੱਕਰਦੇ। ਜਦ ਅੱਜ ਤੱਕ ਅਸੀਂ ਦਿੰਦੇ ਆਏ ਤਾਂ ਅੱਗੇ ਵੀ ਦਾਂਗੇ। ਸਾਡੀ ਗੱਡੀਆਂ ਰੋਡ ਤੇ ਚੱਲੂਗੀਆਂ, ਅਸੀਂ ਦੇਣੇ ਨੂੰ ਤਿਆਰ ਹੈਗੇ ਆ। ਪਰ ਇਹ ਹੈ ਕਿ ਪ੍ਰੈਸ਼ਰਾਈਜ਼ ਤਾਂ ਨਾ ਕਰੋ। 29 ਹਜ਼ਾਰ ਦੇ ਵਿਆਜ 2 ਕਿਸ਼ਤਾਂ ਦੇ ਲਾ ਕੇ ਜੇ 4 ਮਹੀਨੇ ਕਿਸ਼ਤ ਨਾ ਗਈ ਤਾਂ ਗੱਡੀ ਦਾ ਤਾਂ ਵਿਆਜ ਲੱਖ ਰੁਪਇਆ ਤਾਂ ਖੜਾ ਹੋ ਗਿਆ। ਅਸੀਂ ਕਮਾਇਆ 1 ਰੁਪਇਆ ਨਹੀਂ ਹੈਗਾ। ਡਰਾਈਵਰਾਂ ਨੂੰ ਸੈਲਰੀ ਦਈਏ ਜਾਂ ਗੱਡੀ ਦੀ ਕਿਸ਼ਤ ਦਈਏ, ਕਿੱਥੋਂ ਕਰੀਏ। ਆਹ ਚੀਜ਼ ਦੀ ਸਾਨੂੰ ਰਿਆਇਤ ਦਿੱਤੀ ਜਾਵੇ। ਜਿਵੇਂ ਮੈਂ ਦਰਸ਼ਕਾਂ ਕਹਿ ਰਿਹਾ ਕਿ ਟੈਕਸੀ ਸਟੈਂਡ ਨੇ, ਇਸ ਤਰੀਕੇ ਦੇ ਹੋਰ ਵੀ ਚੰਡੀਗੜ੍ਹ ਦੇ ਵਿੱਚ ਟੈਕਸੀ ਸਟੈਂਡ ਹੈਗੇ ਨੇ। ਇਹ ਜਿਹੜੇ ਟੈਕਸੀ ਸਟੈਂਡ ਦੇ ਜਿਹੜੇ ਕਿਰਾਇਆ ਹੈਗਾ ਐਮਸੀ ਚੰਡੀਗੜ੍ਹ ਹੀ ਤੁਹਾਡੇ ਕੋਲ ਲੈਂਦਾ ਹੈ। ਕਿ ਐਮਸੀ ਚੰਡੀਗੜ੍ਹ ਨੇ ਤੁਹਾਨੂੰ ਕੋਈ ਹਦਾਇਤ ਦਿੱਤੀ ਹੈ ਕਿ ਕਿਰਾਇਆ ਨਹੀਂ ਲਓਗੇ, ਔਰ ਕਿਸ ਤਰੀਕੇ ਨਾਲ ਤੁਸੀਂ ਇਹ ਕਿਰਾਇਆ ਦੇਣੇ ਹੋ, ਕਿੰਨਾ ਕਿਰਾਇਆ ਹੈ? ਭਾਜੀ ਚੰਡੀਗੜ੍ਹ ਐਮਸੀ ਨੇ ਸਾਨੂੰ ਕੋਈ ਗਾਈਡਲਾਈਨ ਨਹੀਂ ਦਿੱਤੀ। ਸਾਡੇ ਕੋਲ ਕੋਈ ਨੋਟਿਸ ਨਹੀਂ, ਕੋਈ ਫੋਨ ਨਹੀਂ ਹੈਗਾ। ਸਾਡਾ 3 ਮਹੀਨੇ ਦੇ ਕੁਆਟਰਲੀ ਟੈਕਸ ਦੀ ਤਰ੍ਹਾਂ ਇਹਨਾਂ ਦੀ ਪੇਮੈਂਟ ਦਾ ਡਰਾਫਟ ਬਣ ਕੇ ਮਿਊਨਸੀਪਲ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਮ ਤੇ ਜਾਂਦਾ ਹੈਗਾ। ਹੁਣ ਅਪ੍ਰੈਲ ਦੇ ਵਿੱਚ ਜਾਣਾ ਸੀਗਾ, 7 ਅਪ੍ਰੈਲ ਤੱਕ ਸਾਡਾ ਰੈਂਟ ਜਮ੍ਹਾਂ ਹੁੰਦਾ। ਚੰਡੀਗੜ੍ਹ 'ਚ ਟੋਟਲ 51-52 ਟੈਕਸੀ ਸਟੈਂਡ ਹੈ ਅਥੋਰਾਈਜ਼ਡ ਜਿਹੜੇ ਹੈਗੇ। ਹਰ ਬੰਦਾ ਆਪਣਾ ਰੈਂਟ ਦੇ ਰਿਹਾ। ਸਾਡੇ ਪ੍ਰਧਾਨ ਜੀ ਹੈਗੇ ਰਮੇਸ਼ ਊਜਾ ਜੀ 41 'ਚ ਹੈਗੇ, ਅਤੇ ਉਹਨਾਂ ਨੇ ਵੀ ਬਹੁਤ ਜਦੋਜਦ ਕੀਤੀ ਇਹਨੂੰ ਸਟੈਂਡਾਂ ਨੂੰ ਬਚਾਉਣ ਲਈ। ਤਾਂ ਉਹ ਹੁਣ ਅਸੀਂ ਭਾਜੀ ਸਾਡੇ ਕੋਲ ਕੋਈ ਗਾਈਡਲਾਈਨ ਨਹੀਂ। ਜੇ ਹੁਣ ਅਸੀਂ 7 ਅਪ੍ਰੈਲ ਤੋਂ ਬਾਅਦ ਅਸੀਂ ਰੈਂਟ ਸਮਝ ਲਓ 3 ਮਹੀਨੇ ਦਾ ਨਹੀਂ ਦਿੱਤਾ ਤਾਂ ਐਮਸੀ ਨੇ ਪਰ ਡੇ ਦੇ ਅਕੋਰਡਿੰਗਲੀ ਸਾਡੇ ਤੇ ਰੇਟ ਆਫ ਇੰਟਰਸਟ ਲਗਾਉਣਾ। ਹੁਣ ਉਹ ਰੇਟ ਆਫ ਇੰਟਰਸਟ ਲੱਗਦਾ ਉਹਨਾਂ ਨੇ ਤਾਂ ਅਗਲੇ ਨੇ ਲਗਾ ਕੇ ਦੇ ਦੇਣਾ। ਸਾਨੂੰ ਕੋਈ ਗਾਈਡਲਾਈਨ ਨਹੀਂ ਹੈਗੀ ਹੈ। ਹੁਣ 3 ਮਹੀਨੇ ਬਾਅਦ ਇਹ ਪਤਾ ਲੱਗੇਗਾ ਭਾਜੀ ਕਿੰਨਾ ਇੰਟਰਸਟ ਲੱਗਦਾ ਸਾਡੇ ਤੇ। ਇਹ ਚੀਜ਼ ਨੂੰ ਜਿਵੇਂ ਐਮਸੀ ਤੁਸੀਂ ਗੱਲ ਕੀਤੀ ਹੈ ਕਿ ਇਸ ਚੀਜ਼ ਨੂੰ ਐਮਸੀ ਵਾਲੇ ਤੱਕ ਜਾਂ ਤਾਂ ਤੁਸੀਂ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਤੁਹਾਡੇ ਜਿਹੜੇ ਐਮਪੀ ਹੈਗੇ ਨੇ ਕਿਰਨ ਖੇਰ, ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਉਹਨਾਂ ਨੇ ਤੁਹਾਨੂੰ ਕੋਈ ਸੁਝਾਅ ਦਿੱਤਾ ਹੋਵੇ, ਜਾਂ ਉਹਨਾਂ ਨੇ ਐਮਸੀ ਨੂੰ ਕੋਈ ਸੁਝਾਅ ਦਿੱਤਾ ਹੋਵੇ? ਨਹੀਂ, ਕੋਈ ਸੁਝਾਅ ਨਹੀਂ ਦਿੱਤਾ ਭਾਜੀ। ਐਮਸੀ ਦੇ ਅਸੀਂ ਜਾਂਦੇ ਹਾਂ ਤਾਂ ਉੱਥੇ ਕੋਈ ਨਹੀਂ ਮਿਲਦਾ ਸਾਨੂੰ। ਅਸੀਂ 2-3 ਵਾਰੀ ਗਏ ਤਾਂ ਉੱਥੇ ਕੋਈ ਨਹੀਂ ਮਿਲਿਆ, ਨਾ ਸਾਨੂੰ ਅੰਦਰ ਜਾਣ ਦਿੱਤਾ ਗਿਆ। ਐਮਸੀ ਦੇ ਆਫਿਸ ਦੇ ਵਿੱਚ ਵੀ ਸਾਨੂੰ ਅੰਦਰ ਐਂਟਰੀ ਨਹੀਂ ਕਰਨ ਦਿੱਤੀ। ਤਾਂ ਅਸੀਂ ਕਿਹਦੇ ਕੋਲ ਪੁਕਾਰ ਲਾਈਏ ਭਾਜੀ, ਕੋਈ ਸਾਡੀ ਪੁਕਾਰ ਸੁਣਨੇ ਵਾਲਾ ਹੀ ਨਹੀਂ ਹੈਗਾ। ਜੇ ਕਿਰਨ ਖੇਰ ਦੀ ਗੱਲ ਕਰੀਏ, ਜਿਸ ਤਰੀਕੇ ਨਾਲ ਹੁਣ ਉਹਨਾਂ ਕੋਈ ਬਿਆਨ ਨਹੀਂ ਆਇਆ ਇਸ ਉੱਤੇ, ਤਾਂ ਲੱਗਦਾ ਕਿਤੇ ਨਾ ਕਿਤੇ ਹੈਲਪ ਕਰ ਸਕਦੇ ਨੇ ਤੁਹਾਡੀ, ਜੇ ਉਹ ਬਾਹਰ ਆ ਕੇ ਬਿਆਨ ਦੇਣ? ਜੇ ਉਹ ਆ ਸਕਦੇ ਆ ਤਾਂ ਭਾਜੀ ਉਹ ਬਹੁਤ ਹੈਲਪ ਕਰ ਸਕਦੇ ਸਾਡੀ। ਸਾਡਾ ਘੱਟੋ ਘੱਟ 3 ਮਹੀਨੇ ਦਾ ਰੈਂਟ ਸਾਨੂੰ ਛੁਡਾਇਆ ਜਾਵੇ, ਠੀਕ ਹੈ। ਜਦ ਤੱਕ ਮਤਲਬ ਕਿ ਪਬਲਿਕ ਲਾਈਨ ਤੇ ਨਹੀਂ ਆਉਂਦੀ, ਥੋੜ੍ਹਾ ਜਿਹਾ ਐਕਸਕਿਊਜ਼ ਸਾਡੇ ਲਈ ਵੀ ਹੋਣਾ ਚਾਹੀਦਾ ਭਾਜੀ। ਥੋੜ੍ਹੀ ਜਿਹੀ ਹਮਾਇਤ ਸਾਡੀ ਵੀ ਹੋਣੀ ਚਾਹੀਦੀ, ਕਿਉਂਕਿ ਸਾਡੀ ਗੱਡੀਆਂ ਰੋਡ ਤੇ ਚੱਲੂਗੀਆਂ ਭਾਜੀ ਤਾਂ ਹੀ ਅਸੀਂ ਕੁਝ ਕਰ ਸਕਦੇ ਆ। ਆਪਣਾ ਪਰਿਵਾਰ, ਡਰਾਈਵਰਾਂ ਦਾ ਪਰਿਵਾਰ, ਸਭ ਦਾ ਪਰਿਵਾਰ ਪਾਲ ਰਹੇ ਆ, ਤਾਂ ਹੀ ਸਾਡੇ ਨਾਲ ਉਹ ਹਮਾਇਤ ਕਰਨ। ਜੇ ਸਾਡੇ ਕੋਲ ਆ ਜਾਣ ਇੱਕ ਵਾਰੀ, ਸਾਨੂੰ ਇੰਨੀ ਕੁ ਗਾਈਡਲਾਈਨ ਫੋਨ ਤੇ ਹੀ ਗੱਲ ਕਰਕੇ ਕਹਿ ਦੇਣ ਕਿ ਐਮਸੀ ਨੂੰ ਆਰਡਰ ਦੇ ਦੇਣ ਕਿ ਆਲ ਟੈਕਸੀ ਸਟੈਂਡਾਂ ਦਾ 3 ਮਹੀਨੇ ਦਾ ਰੈਂਟ ਡ੍ਰੌਪ ਕਰ ਦਿਓ। ਇਹ ਜਦ ਤੱਕ ਪਬਲਿਕ ਲਾਈਨ ਤੇ ਨਹੀਂ ਆਉਂਦੀ, ਜਦ ਤੱਕ ਇਹ ਹੋਲਡ ਤੇ ਰੱਖਿਆ ਜਾਵੇ। ਜਿਵੇਂ ਹੁਣ ਆਪਾਂ ਹੋਰ ਜਗ੍ਹਾ ਵੀ ਦੇਖਿਆ ਸੀ ਕਿ ਕਈ ਬੱਸਾਂ ਵਾਲੇ ਵੀ ਕਹਿ ਰਹੇ ਸੀ ਕਿ ਅਸੀਂ ਡਰਾਈਵਰ ਨੂੰ ਹੁਣ ਕੱਢ ਨਹੀਂ ਸਕਦੇ। ਜੇ ਕੱਲ ਨੂੰ ਜੇ ਸਕੂਲ ਦੀਆਂ ਬੱਸਾਂ ਚੱਲਦੀਆਂ ਨੇ ਤਾਂ ਸਾਨੂੰ ਡਰਾਈਵਰ ਨਹੀਂ ਮੌਕੇ ਤੇ ਮਿਲਣੇ। ਸੇਮ ਤੁਹਾਡੇ ਨਾਲ ਉਦਾਂ ਹੀ ਹੋ ਰਿਹਾ ਵੀ ਤੁਸੀਂ ਹੁਣ ਡਰਾਈਵਰ ਨੂੰ ਕੱਢ ਨਹੀਂ ਸਕਦੇ, ਕੱਲ ਨੂੰ ਟੈਕਸੀਆਂ ਚੱਲਦੀਆਂ ਵੀ ਨੇ ਤਾਂ ਤੁਹਾਨੂੰ ਡਰਾਈਵਰ ਹਥਿਆਣੇ ਨਹੀਂ ਹੋ। ਬਿਲਕੁਲ ਭਾਜੀ। ਜੇ ਹੁਣ ਅਸੀਂ ਡਰਾਈਵਰ ਨੂੰ ਸਮਝ ਲਓ ਕਿ ਪੈਸੇ ਨਹੀਂ ਪਾਉਂਦੇ ਨਾ ਖਰਚੇ ਪਾਣੀ ਲਈ, ਅਗਲਾ ਸਿੱਧਾ ਕਹਿੰਦਾ ਭਾਜੀ ਫਿਰ ਆਸ ਨਾ ਕਰਿਓ ਮੇਰੇ ਆਣੇ ਦੀ, ਠੀਕ ਹੈ। ਉਹ ਕਿਹੜਾ ਜੀ ਮੌਕੇ ਤੇ ਇੱਕਦਮ ਟਾਈਮ ਤੇ ਆ ਕੇ ਕੰਮ ਚੱਲੇਗਾ, ਡਰਾਈਵਰ ਆ ਜਾਏਗਾ। ਜੇ ਹੁਣ ਅਸੀਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ, ਅਸੀਂ ਤਾਂ ਵੀ ਫਸਦੇ ਹਾਂ, ਦਿੰਦੇ ਹਾਂ ਤਾਂ ਆਪਣੇ ਕੋਲ ਨਹੀਂ ਰਹਿੰਦਾ। ਸਾਡੀ ਦੋਨੋਂ ਪਾਸੇ ਹੀ ਭਾਜੀ ਦਬੇ ਹੋਏ ਆ, ਮਰੇ ਹੋਏ ਆ ਅਸੀਂ ਤਾਂ। ਜੇ ਹੁਣ ਅਸੀਂ ਦੇ ਦਿੰਦੇ ਹਾਂ ਪੈਸੇ ਤਾਂ ਸਾਡਾ ਆਪਣਾ ਕੋਲ ਕਿੰਨਾ ਕੁ ਰਹਿ ਜਾਏਗਾ ਪਿੱਛੇ। ਸਾਡੇ ਕੋਲ ਕਿਹੜਾ ਕਿ ਕੋਈ ਲੱਖਾਂ ਰੁਪਇਆ ਬੈਂਕ ਬੈਲੈਂਸ ਪਿਆ ਹੈਗਾ ਭਾਜੀ। ਕਿਸ਼ਤਾਂ ਤੇ ਗੱਡੀਆਂ ਸਾਰੀਆਂ ਕਿਸ਼ਤਾਂ ਤੇ ਚੱਲਦੀਆਂ ਹੈਗੀਆਂ। ਇਹ ਤਾਂ ਚੇਨ ਹੈ ਭਾਜੀ, ਚੱਲਦੀ ਆ ਰਹੀ ਹੈ, ਸਭ ਨਾਲ ਇੱਕ ਦੇ ਨਾਲ ਇੱਕ ਅਟੈਚ ਹੈਗਾ ਬੰਦਾ। ਹੁਣ ਜੇ ਅਸੀਂ ਡਰਾਈਵਰ ਨੂੰ ਪੈਸੇ ਨਹੀਂ ਦਿੰਦੇ, ਅਗਲਾ ਭਾਜੀ ਮੌਕੇ ਤੇ ਨਾ ਆਇਆ, ਸਾਡੀ ਗੱਡੀਆਂ ਆਲਰੇਡੀ ਖੜ ਗਈਆਂ।
ਜਿਵੇਂ ਹੁਣ ਬੈਂਕ ਵਾਲੇ ਤੁਹਾਨੂੰ ਮੈਸੇਜ ਕਰਦੇ ਨੇ ਜਾਂ ਫੋਨ ਕਰਦੇ ਨੇ, ਫਿਰ ਤੁਸੀਂ ਬੈਂਕ ਵਾਲ ਨੂੰ ਗੱਲ ਕਹੀ ਹੈ ਕਿ ਅਸੀਂ ਇਸ ਤਰੀਕੇ ਨਾਲ ਵਿਆਜ ਤੁਹਾਨੂੰ ਨਹੀਂ ਦੇ ਸਕਦੇ, ਤੁਸੀਂ 2 ਕਿਸ਼ਤਾਂ ਦਾ ਇੰਨਾ ਵਿਆਜ ਮੰਗਦੇ ਹੋ, 3 ਕਿਸ਼ਤਾਂ ਦਾ ਵਿਆਜ ਮੰਗਦੇ ਹੋ, ਤਾਂ ਉਹਨਾਂ ਨੇ ਫਿਰ ਕੋਈ ਜਵਾਬ ਦਿੱਤਾ ਜਾਂ ਤੁਸੀਂ ਉਹਨਾਂ ਨੂੰ ਕਿਹਾ ਸਾਨੂੰ ਗਾਈਡਲਾਈਨ ਦੀ ਕਾਪੀ ਭੇਜੋ? ਮੈਂ ਉਹਨਾਂ ਨੂੰ ਇੰਡੋ ਸਿੰਧ ਬੈਂਕ ਵਾਲਿਆਂ ਨੂੰ ਕਿਹਾ, ਮੈਂ ਉਹਨਾਂ ਨੂੰ ਮੇਲ ਵੀ ਸੈਂਡ ਕੀਤੀ ਆ, ਮੈਸੇਜ ਵੀ ਸੈਂਡ ਕੀਤਾ, ਉਲਟਾ ਫੋਨ ਵੀ ਕੀਤੇ, ਨਾ ਉਹਨਾਂ ਨੇ ਮੇਰਾ ਮੁੜ ਕੇ ਫੋਨ ਚੱਕਿਆ। ਇੱਕ ਪਾਸੇ ਉਹ ਕਹਿੰਦੇ ਕਿ ਅਸੀਂ ਸਿਸਟਮ ਤੇ ਬੈਠ ਕੇ ਚੈੱਕ ਕਰਕੇ ਤੁਹਾਨੂੰ ਦੱਸ ਪਾ ਰਹੇ ਹਾਂ ਜੀ ਕਿ 29,000 ਰੁਪਇਆ ਵਿਆਜ ਤੁਹਾਡਾ ਬਣ ਰਿਹਾ। ਜਦ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਭਾਜੀ ਕਿਸ ਪਰਸੈਂਟ ਨਾਲ, ਕਿਸ ਪੋਜੀਸ਼ਨ ਨਾਲ ਤੁਸੀਂ ਲੈ ਰਹੇ ਆ, ਕਿਸ ਮਤਲਬ ਕਿ ਗਾਈਡਲਾਈਨ ਦੇ ਅਕੋਰਡਿੰਗਲੀ ਲੈ ਰਹੇ, ਨਹੀਂ ਜੀ ਉਹ ਨਹੀਂ ਸਾਨੂੰ ਪਤਾ। ਫਿਰ ਤੁਸੀਂ ਭਾਜੀ ਫੋਨ ਕਾਤੇ ਕਰ ਰਹੇ ਸਾਨੂੰ, ਔਰ 29,000 ਰੁਪਇਆ ਕਿਸ ਬੇਸ ਤੇ ਲੈ ਰਹੇ? ਮੈਂ ਕਿਹਾ ਮੈਨੂੰ ਤੁਸੀਂ ਗਾਈਡਲਾਈਨ ਦੀ ਕਾਪੀ ਮੇਲ ਕਰ ਦਿਓ, ਸੈਂਡ ਕਰ ਦਿਓ, ਮੈਂ ਉਹਦਾ ਕੋਈ ਜਵਾਬ ਦੇਖਦੇ ਹਾਂ, ਅਸੀਂ ਗੱਲਬਾਤ ਕਰਦੇ ਹਾਂ, ਯੂਨੀਅਨ ਦੇ ਵਿੱਚ ਪੇਸ਼ ਕਰਾਂਗੇ ਅਸੀਂ ਗੱਲਬਾਤ ਨੂੰ। ਪਰ ਉਹਨਾਂ ਦਾ ਹਾਲੇ ਤੱਕ ਭਾਜੀ ਮੇਰੇ ਕੋਲ ਕੋਈ ਜਵਾਬ ਨਹੀਂ ਆਇਆ, ਕੋਈ ਗਾਈਡਲਾਈਨ ਦੀ ਕਾਪੀ ਨਹੀਂ ਆਈ, ਕੋਈ ਮੇਲ ਨਹੀਂ ਆਈ। ਹੁਣ ਜਿਸ ਤਰ੍ਹਾਂ ਤੁਹਾਡਾ ਸੀਜ਼ਨ ਹੈ, ਅੱਗੇ ਜਾ ਕੇ ਮਈ ਜੂਨ ਜੁਲਾਈ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ, ਘੁੰਮਣ ਦਾ ਪਲਾਨ ਬਣਦਾ ਹੈ, ਹੁਣ ਅੱਗੇ 3 ਮਈ ਤੱਕ ਲੋਕਡਾਊਨ ਰਹਿੰਦਾ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਲੱਗਦਾ ਵੀ ਕਿਸ ਤਰੀਕੇ ਨਾਲ ਜੇ ਤੁਹਾਡੀ ਟੈਕਸੀਆਂ ਜਿਹੜੀਆਂ ਹੈਗੀਆਂ ਨੇ ਹੁਣ ਉਹ ਬਾਹਰ ਜਾਣਗੀਆਂ, ਕਿਸ ਤਰੀਕੇ ਨਾਲ ਹੁਣ ਕਮਾਈ ਜਿਹੜੀ ਹੈਗੀ ਆ ਉਹ ਰਹਿ ਜਾਏਗੀ, ਜਾਂ ਕਿ ਕਦੋਂ ਤੋਂ ਤੁਹਾਨੂੰ ਲੱਗਦਾ ਵੀ ਕਿ ਤੁਹਾਡਾ ਕੰਮ ਜਿਹੜਾ ਪ੍ਰੋਪਰ ਤਰੀਕੇ ਨਾਲ ਸ਼ੁਰੂ ਹੋ ਜਾਏਗਾ? ਭਾਜੀ ਜਿਹੜਾ ਟੈਕਸੀਆਂ ਦਾ ਸੀਜ਼ਨ ਹੁੰਦਾ ਸਾਰੇ ਪੰਜਾਬ, ਦਿੱਲੀ, ਹਰਿਆਣਾ, ਚੰਡੀਗੜ੍ਹ, ਉਹ ਸੀਜ਼ਨ ਹੁੰਦਾ ਅਪ੍ਰੈਲ, ਮਈ, ਜੂਨ, ਜੁਲਾਈ ਤੱਕ, 3-4 ਮਹੀਨੇ ਦਾ। ਉਸ ਤੋਂ ਬਾਅਦ ਨਾਰਮਲ ਜਿਹਾ ਕੰਮ ਚੱਲਦਾ ਕੰਡੀਸ਼ਨ ਵਾਈਜ਼, ਮਤਲਬ ਕਿ ਕਿਸੇ ਦੀ ਕੰਪਨੀ 'ਚ ਅਟੈਚ ਹੈ, ਕਿਸੇ ਦੀ ਕੁਛ ਹੈ। ਹੁਣ ਭਾਜੀ ਮਈ ਤੱਕ ਹੈਗਾ ਲੋਕਡਾਊਨ, ਮਈ ਤੋਂ ਬਾਅਦ ਵੀ ਕਿਆ ਗਰੰਟੀ ਹੈ ਕਿ ਕਦ ਤੱਕ ਲੋਕਡਾਊਨ ਖੁੱਲ੍ਹਦਾ ਹੈਗਾ। ਉਹ ਸਪੋਜ਼ ਕਿ ਆਪਾਂ ਖੁੱਲ੍ਹ ਵੀ ਗਿਆ, ਕਿ ਜੁਲਾਈ ਦੇ ਐਂਡ ਤੱਕ ਖੁੱਲ੍ਹ ਵੀ ਗਿਆ, ਭਾਜੀ ਬੰਦਿਆਂ ਦੇ ਦਿਲਾਂ 'ਚ ਡਰ ਹੈ, ਕਿਹੜਾ ਬੰਦਾ ਆ ਜਾਏਗਾ। ਮੈਂ ਆਪਣੇ ਤੇ ਹੀ ਲੈ ਲੈਂਦਾ ਗੱਲ ਭਾਜੀ, ਮੇਰੇ ਕੋਲ ਖਰਚਾ ਬੜਾ ਔਖਾ ਚੱਲ ਰਿਹਾ, ਮੈਂ ਪਲਾਨ ਕਰੂੰਗਾ ਉੱਥੇ ਘੁੰਮਣ ਜਾਣ ਦਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਦੇਖਾਂਗਾ? ਮੈਂ ਤਾਂ ਪਹਿਲਾਂ ਜ਼ਿੰਦਗੀ ਨੂੰ ਦੇਖਾਂਗਾ ਨਾ ਭਾਜੀ। ਹੁਣ ਗੱਡੀਆਂ ਦੇ ਵਿੱਚ ਕੌਣ ਟਰੈਵਲ ਕਰੇਗਾ ਭਾਜੀ? ਇਹ ਤਾਂ 2020 ਭਾਜੀ ਸਾਰੇ ਗੱਡੀਆਂ ਟਰਾਂਸਪੋਰਟਰਾਂ ਲਈ ਖਤਮ ਹੈ। ਇਹ ਜੇ ਚੱਲੇਗਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਤਾਂ ਨਵੰਬਰ ਦਸੰਬਰ ਤੋਂ ਬਾਅਦ ਕੁਛ ਪਟੜੀ ਤੇ ਲੈਣ ਆਏਗੀ, ਜੇ ਪ੍ਰਮਾਤਮਾ ਨੇ ਮਿਹਰ ਕਰੀ ਤਾਂ। ਮੇਰਾ ਇੱਕ ਆਖਰੀ ਸਵਾਲ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਅਸੀਂ ਵਿਆਜ ਨਹੀਂ ਦੇ ਸਕਦੇ, ਜੇ ਵਿਆਜ ਲੈਣੀ ਹੈ ਤਾਂ ਸਾਡੇ ਕੋਲ ਜਿੰਨੀਆਂ ਕਿਸ਼ਤਾਂ ਐਕਸਟੈਂਡ ਹੋਈਆਂ ਨੇ, ਜਿੰਨੀਆਂ ਕਿਸ਼ਤਾਂ ਆਰਬੀਆਈ ਨੇ ਕਹੀਆਂ ਨੇ, ਅਸੀਂ ਉਸ 'ਤੇ ਵਿਆਜ ਦੇਣ ਵਾਸਤੇ ਤਿਆਰ ਹੈਗੇ ਹਾਂ। ਫਿਰ ਤੁਹਾਨੂੰ ਲੱਗਦਾ ਜੇ ਇਸ ਤਰੀਕੇ ਨਾਲ ਵਿਆਜ ਉਹ ਲੈਂਦੇ ਦੇ ਬੈਂਕ ਵਾਲੇ, ਤਾਂ ਉਸ ਤੋਂ ਬਾਅਦ ਜਾ ਕੇ ਜੇ ਤੁਹਾਡੇ ਗੱਡੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਫਿਰ ਵੀ ਸੇਲ ਕਰਨੀਆਂ ਪੈਣੀਆਂ, ਕਿਉਂਕਿ ਬੈਂਕ ਵਾਲੇ ਤਾਂ ਵਿਆਜ ਲੈਣਗੇ ਤੁਹਾਡੇ ਕੋਲ। ਬਿਲਕੁਲ ਭਾਜੀ, ਜਿਹੜੀ ਸਾਡੀਆਂ ਸਮਝ ਲਓ ਕਿ 3 ਮਹੀਨੇ ਦੀ ਕਿਸ਼ਤਾਂ ਅਸੀਂ ਆਰਬੀਆਈ ਨੇ ਸਾਨੂੰ ਗਵਰਨਮੈਂਟ ਵੱਲੋਂ ਰਿਆਇਤ ਮਿਲੀ ਕਿ 3 ਮਹੀਨੇ ਤੁਸੀਂ ਕਿਸ਼ਤਾਂ ਨਹੀਂ ਦੇਣੀਆਂ, ਠੀਕ ਹੈ, ਅਸੀਂ ਮੰਨ ਗਏ, ਅਸੀਂ ਐਗਰੀ ਹਾਂ। ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਲੋਕਡਾਊਨ ਅੰਦਰ ਗੱਡੀਆਂ ਨਹੀਂ ਚਲਾਉਣੀਆਂ, ਅਸੀਂ ਐਗਰੀ ਹਾਂ, ਸਭ ਕੁਝ ਐਗਰੀ ਹਾਂ, ਸਾਨੂੰ 3 ਮਹੀਨੇ ਦਾ ਵਿਆਜ ਲਗਾਓ। ਪਰ ਬੈਂਕ ਵਾਲੇ ਕਿਆ ਕਹਿ ਰਹੇ ਸਾਨੂੰ ਕਿ ਰੀਪੇਮੈਂਟ ਸ਼ਡਿਊਲ ਲੱਗੇਗਾ ਤੁਹਾਡੇ ਤੇ। ਜੇ ਮੇਰੀ ਗੱਡੀ ਦੀਆਂ 10 ਕਿਸ਼ਤਾਂ ਪੈਂਡਿੰਗ ਹੈ, 10 'ਚੋਂ ਸਪੋਜ਼ ਮੈਂ 3 ਕਿਸ਼ਤਾਂ ਨਹੀਂ ਦਿੱਤੀਆਂ, ਮੇਰੀਆਂ ਪਿੱਛੇ 7 ਕਿਸ਼ਤਾਂ ਰਹਿ ਗਈਆਂ, ਮੇਰੀਆਂ 7 ਕਿਸ਼ਤਾਂ ਦੇ ਉੱਤੇ ਵੀ ਵਿਆਜ ਲੱਗ ਰਿਹਾ, ਜਿਹਨੂੰ ਕੋਈ ਆਲਰੇਡੀ ਵਿਆਜ ਲੱਗਿਆ ਹੋਇਆ ਪਲੱਸ 3 ਤੇ ਵੀ ਲੱਗ ਰਿਹਾ, ਮੈਨੂੰ ਡਬਲ ਤੋਂ ਟ੍ਰਿਪਲ ਵਿਆਜ ਲੱਗ ਰਿਹਾ। ਭਾਜੀ ਜੇ ਲਗਾਉਣਾ ਵਿਆਜ ਠੀਕ ਹੈ, ਮੈਨੂੰ 3 ਕਿਸ਼ਤਾਂ ਜਿਹੜੀਆਂ ਮੈਂ ਨਹੀਂ ਦਊਂਗਾ, ਸਾਰੇ ਬੈਂਕ ਨੇ ਕਿਹਾ ਹੋਇਆ ਕਿ 3 ਮਹੀਨੇ ਕਿਸ਼ਤ ਨਹੀਂ ਦੇਣੀ, ਉਸ 3 ਮਹੀਨੇ ਦੇ ਉੱਤੇ ਇੱਕ ਤਾਂ ਵਿਆਜ ਆਲਰੇਡੀ ਜਦ ਕੇਸ ਹੋਇਆ ਉਸ ਟਾਈਮ ਦਾ ਲੱਗਿਆ ਹੋਇਆ 12-13% ਜੋ ਵੀ ਹੈ। ਹੁਣ ਆਪਾਂ 3 ਮਹੀਨੇ ਨਹੀਂ ਦਿੰਦੇ ਤਾਂ ਉਹ 3 ਮਹੀਨੇ ਦੀ ਕਿਸ਼ਤਾਂ ਤੇ ਤੁਸੀਂ 10% ਲਗਾ ਦਿਓ, 12% ਲਗਾ ਦਿਓ, ਉਹ ਵੀ ਜਸਟੀਫਾਈਡ ਕਰ ਸਕਦੇ। ਪਰ ਇਹ ਥੋੜੀ ਨਾ ਭਾਜੀ ਕਿ ਜਿਹੜੀਆਂ ਸਾਡੀਆਂ 10 ਕਿਸ਼ਤਾਂ ਪੈਂਡਿੰਗ ਹੈਗੀਆਂ, ਅਸੀਂ 3 ਨਹੀਂ ਦਿੱਤੀਆਂ, ਜਿਹੜੀਆਂ 7 ਪੈਂਡਿੰਗ ਆ ਉਹ ਤਾਂ ਅਸੀਂ ਇਨ ਟਾਈਮ ਦਾਂਗੇ ਜੇ ਕੰਮ ਚੱਲਿਆ ਸਾਡਾ, ਠੀਕ ਹੈ। ਉਹ ਕਹਿ ਰਹੇ ਜੀ ਕਿ ਪੂਰੇ 10 ਦੀ 10 ਕਿਸ਼ਤਾਂ ਤੇ ਟੋਟਲ ਵਿਆਜ ਲੱਗੇਗਾ। ਹੁਣ ਇਸ ਗੱਲ ਦਾ ਕਿਆ ਸੋਲੂਸ਼ਨ ਸਾਨੂੰ ਗਵਰਨਮੈਂਟ ਕਰਦੀ ਆ, ਇਹ ਤਾਂ ਗਵਰਨਮੈਂਟ ਨੂੰ ਹੀ ਪੁੱਛਣਾ ਪਏਗਾ ਜੀ, ਹੁਣ ਕਿਆ ਕਰਦੇ ਆ ਸਾਡੇ ਲਈ। ਤੁਹਾਨੂੰ ਆਸ ਹੈਗੀ ਹੈ ਕਿ ਗਵਰਨਮੈਂਟ ਤੁਹਾਡੇ ਲਈ ਕੁਝ ਸੋਚੇਗੀ, ਜਾਂ ਜਿਸ ਤਰ੍ਹਾਂ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੇ ਤੁਹਾਡੇ ਕੋਲ ਹੁਣ ਇੱਥੇ ਪੈਸੇ ਲੈਣੇ ਨੇ ਜਾਂ ਤੁਹਾਡੇ ਕੋਲ ਕਿਰਾਇਆ ਲੈਣਾ, ਤੁਹਾਡੇ ਕੋਲ ਕੋਈ ਸੋਚੇਗੀ? ਭਾਜੀ ਉਮੀਦ ਤੇ ਤਾਂ ਦੁਨੀਆ ਟਿਕੀ ਹੋਈ ਆ, ਉਮੀਦ ਕਰ ਸਕਦੇ ਅਸੀਂ, ਕਿਉਂਕਿ ਅਸੀਂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਦੇ, ਜਾਂ ਜ਼ਿਆਦਾ ਹੱਥ ਪੱਲਾ ਮਾਰ ਸਕਦੇ। ਹੱਥ ਪੱਲਾ ਮਾਰੀਏ ਵੀ ਕਿੱਥੇ, ਕਿਤੇ ਜਾ ਨਹੀਂ ਸਕਦੇ ਆ, ਲੋਕਡਾਊਨ ਹੈਗਾ, ਕਿਸੇ ਦੇ ਘਰ ਨਹੀਂ ਜਾ ਸਕਦੇ, ਕਿਸੇ ਮਤਲਬ ਕਿ ਕੋਈ ਵੀ ਮੇਅਰ ਜਾਂ ਸੰਸਦ ਕਿਸੇ ਦੇ ਘਰੇ ਨਹੀਂ ਜਾ ਸਕਦੇ, ਕਿਸੇ ਆਫਿਸ 'ਚ ਨਹੀਂ ਜਾ ਸਕਦੇ। ਬਸ ਕਿਰਨ ਖੇਰ ਜੀ ਨੂੰ ਰਿਕੁਐਸਟ ਕਰ ਸਕਦਾ ਮੈਂ ਤਾਂ ਇਹ ਤੁਹਾਡੇ ਦੁਆਰਾ ਕਿ ਚਲੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡਾ ਦੁੱਖ ਦਰਦ ਵੰਡਿਆ, ਕਿ ਸਾਡੀ ਰਿਕੁਐਸਟ ਹੈ ਕਿ ਸਾਨੂੰ ਥੋੜ੍ਹੀ ਜਿਹੀ ਰਿਆਇਤ ਦਿੱਤੀ ਜਾਵੇ, ਟੈਕਸੀ ਵਾਲਿਆਂ ਨੂੰ, ਟਰਾਂਸਪੋਰਟਰ ਬੰਦਿਆਂ ਨੂੰ, ਕਿ ਸਾਨੂੰ ਰਿਆਇਤ ਇੰਨੀ ਕੁ ਦਿੱਤੀ ਜਾਵੇ ਕਿ ਜਿੱਦਾਂ ਸਟੈਂਡਾਂ ਦਾ ਰੈਂਟ ਹੈਗਾ 3-4 ਮਹੀਨੇ 5 ਮਹੀਨੇ ਨਾ ਲਗਾਇਆ ਜਾਵੇ, ਉਹ ਹੌਲੀ ਹੌਲੀ ਪਾਰਟ ਪੇਮੈਂਟ ਕਰਵਾਈ ਜਾਣ ਜਦ ਗੱਡੀਆਂ ਲੈਣ 'ਤੇ ਆ ਜਾਣ। ਅਤੇ ਇੱਦਾਂ ਹੀ ਕਿਸ਼ਤਾਂ ਦਾ ਹੈਗਾ ਕਿ ਜੋ 3-4 ਮਹੀਨੇ ਅਸੀਂ ਕਿਸ਼ਤ ਨਹੀਂ ਦੇ ਰਹੇ, ਉਨ ਕਿਸ਼ਤਾਂ ਦੇ ਉੱਤੇ ਇੰਟਰਸਟ ਲਗਾਇਆ ਜਾਵੇ, ਨਾ ਕਿ ਸਾਡੀ ਜਿਹੜੀ ਬੈਲੈਂਸ ਕਿਸ਼ਤਾਂ ਉਹਨਾਂ 'ਤੇ ਵੀ ਇੰਟਰਸਟ ਲਗਾਇਆ ਜਾਵੇ। ਅਸੀਂ ਰੀਪੇਮੈਂਟ ਕੋਈ ਨਹੀਂ ਕਰਵਾ ਰਹੇ ਹੈਗੇ, ਅਸੀਂ ਤਾਂ ਕੰਟੀਨਿਊ ਹੀ ਕਰ ਰਹੇ, ਸਾਰੇ ਵਰਲਡ ਦੇ ਨਾਲ ਹੋ ਰਿਹਾ, ਸਾਡੇ ਇਕੱਲਿਆਂ ਦੇ ਨਾਲ ਨਹੀਂ ਹੋ ਰਿਹਾ। ਜੇ ਅਸੀਂ ਡਿਫਾਲਟ ਕੀਤਾ ਤਾਂ ਸਾਡੇ 'ਤੇ ਤੁਸੀਂ ਲਗਾਓ,
ਜਦ ਅਸੀਂ ਡਿਫਾਲਟ ਹੀ ਨਹੀਂ ਹੈਗੇ ਆ, ਫਿਰ ਤੁਸੀਂ ਸਾਡੇ ਤੇ 10 ਦੀ 10 ਕਿਸ਼ਤਾਂ ਦੇ ਉੱਤੇ ਇੰਟਰਸਟ ਨਾ ਲਗਾਓ। ਬਸ ਇੰਨੀ ਕੁ ਰਿਆਇਤ ਹੈਲਪ ਅਸੀਂ ਮੰਗਦੇ ਹਾਂ ਕਿ ਸਾਨੂੰ ਇਹਦੇ ਤੇ ਥੋੜੀ ਜਿਹੀ ਰਿਆਇਤ ਦਿੱਤੀ ਜਾਵੇ, ਸਾਡੇ ਬਾਰੇ ਸੋਚਿਆ ਜਾਵੇ ਔਰ ਸਟੈਂਡਾਂ ਦਾ ਵੀ ਰੈਂਟ ਬਾਰੇ ਸੋਚਿਆ ਜਾਵੇ। ਜਿਹਦੇ ਸੁਣਿਆ ਹੀ ਹੈ ਕਿ ਪ੍ਰਿੰਸ ਕੋਲੋਂ ਸਾਰਾ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਲਸ ਆ ਰਹੀਆਂ, ਤੁਸੀਂ ਵੀ ਕਾਲਸ ਵਗੈਰਾ ਸੁਣੀਏ ਜੋ ਇਹਨਾਂ ਨੂੰ ਕਾਲ ਆਈ ਸੀ ਕਿ 29,000 ਰੁਪਏ ਜਿਹੜੀ ਪੇਮੈਂਟ ਹੈਗੀ ਹੈ ਉਹ ਕਰਕੇ ਜਾਣ ਬੈਂਕ ਦੇ ਵਿੱਚ। ਤਾਂ ਇੱਕ ਸਵਾਲ ਹੋਰ ਖੜਾ ਹੁੰਦਾ ਕਿ ਬੈਂਕ ਵਾਲੇ ਜਿਸ ਤਰੀਕੇ ਨਾਲ ਫੋਨ ਕਰ ਦੇਣਗੇ ਤੁਸੀਂ ਪੇਮੈਂਟ ਦੇ ਕੇ ਜਾਓ, ਜਦ ਕਿ ਉਹਨਾਂ ਨੂੰ ਫੋਨ ਜਿਸ ਤਰੀਕੇ ਨਾਲ ਆਰਬੀਆਈ ਨੇ ਗਾਈਡਲਾਈਨ ਦਿੱਤੀ ਗਈ ਹੈ ਕਿ ਜੋ ਕੋਈ 3 ਮਹੀਨੇ ਪੇਮੈਂਟ ਨਹੀਂ ਕਰ ਰਿਹਾ ਕਿਸੇ ਨੂੰ ਕਾਲ ਜਾਂ ਮੈਸੇਜ ਨਹੀਂ ਦੇਣਾ, ਪਰ ਫਿਰ ਵੀ ਉਸ ਤੋਂ ਬਾਵਜੂਦ ਵੀ ਕਾਲ ਤੇ ਮੈਸੇਜ ਲਗਾਤਾਰ ਆ ਰਹੇ ਨੇ। ਹੁਣ ਜਿਵੇਂ ਇੱਥੇ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਜਿਹੜੇ ਇਹਨਾਂ ਨੂੰ ਟੈਕਸ ਸਟੈਂਡ ਦਿੱਤੇ ਗਏ ਨੇ ਉਹਨਾਂ ਦਾ ਇਹ ਕਿਰਾਇਆ ਵੀ ਭਰਦੇ ਨੇ। ਇਹ ਕਿਰਾਏ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਕਿਰਾਇਆ ਦੀ ਇਹਨਾਂ ਨੂੰ ਰਿਆਇਤ ਕੀਤਾ ਜਾਵੇ, ਕਿਰਾਇਆ ਵੀ ਨਾ ਇਹਨਾਂ ਕੋਲ ਲਿਆ ਜਾਵੇ। 3 ਮਹੀਨੇ ਨਹੀਂ 6 ਮਹੀਨੇ ਦਾ ਵੀ ਇਹ ਕਹਿੰਦੇ ਨੇ ਸਾਡੇ ਕੋਲ ਕਿਰਾਇਆ ਨਾ ਲਿਆ ਜਾਵੇ, ਕਿਉਂਕਿ 3 ਮਹੀਨੇ ਆਲਰੇਡੀ ਸਭ ਕੁਝ ਬੰਦ ਪਿਆ, ਅਗਲੇ 3 ਮਹੀਨੇ ਵੀ ਇਹਨਾਂ ਦਾ ਕੰਮ ਨਹੀਂ ਚੱਲਣਾ। ਡਰਾਈਵਰ ਇਹਨਾਂ ਦੇ ਕੋਲ ਹੈਗੇ ਨੇ, ਡਰਾਈਵਰ ਨੂੰ ਤਨਖਾਹਾਂ ਦੇ ਦਿੱਤੀਆਂ ਨੇ, ਜਿਵੇਂ PM ਮੋਦੀ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਬਾਹਰ ਨਹੀਂ ਕੱਢਣਾ, ਆਪਣੀ ਨੌਕਰੀ ਤੋਂ ਤਨਖਾਹਾਂ ਦੇ ਦਿੱਤੀਆਂ ਨੇ, ਪਰ तो अगले 3 महीने भी काम इन्हों को नहीं आना। फिर उस बारे कौन सोचेगा कि सरकार अगली हो 3 महीने राहत देगी इन्हों, कि बैंक इन्हों अगले 3 महीने राहत देगा कि ठीक है तुहाडा ये काम नहीं चलिया, ये लोग नहीं ट्रैवल कर रहे कि असीं तुहानूं ब्याज छड्ड देने आ, वो कौन देखेगा, वो रियायत कौन करेगा इन्हों? ये सवाल बनया होया है। ठीक है जो कोविड-19 चलता पिया इस विच रियायत दित्ती जा रही है, इस वेले किश्तां नहीं लईआं जा रहीआं, पर किश्तां दे उत्ते लगातार जिहड़ा ब्याज पै रिहा है। 3 महीने की किश्तां नहीं दित्तियां, ये कहंदे ने असीं 3 महीने की किश्तां ते ही ब्याज दांगे, पर 13 महीनों की किश्तां दे उत्ते भी ब्याज मंगे जा रहे हैं जो दरअसल गलत ने।